ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ, ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਦਾ ਮਾਹੌਲ ਹੈ, ਜਿਸ ਨੂੰ ਕੀ ਹੁਣ ਲਗਭਗ 2 ਮਹੀਨੇ ਹੋਣ ਨੂੰ ਆਏ ਨੇ, ਜਿਸ ਦੇ ਚੱਲਦਿਆਂ ਬਹੁਤ ਸਾਰੇ ਉਦਯੋਗਾਂ ਨੇ ਜਿਹੜਾ ਹੈ ਨੁਕਸਾਨ ਝੇਲਿਆ। ਤੇ ਹੁਣ ਅਸੀਂ ਅੱਜ ਇੱਦਾਂ ਦੇ ਹੀ ਉਦਯੋਗਾਂ ਦੇ ਨੁਕਸਾਨਾਂ ਦੇ ਬਾਰੇ ਗੱਲ ਕਰਨ ਪਹੁੰਚੇ ਹਾਂ ਤਜਿੰਦਰ ਸਿੰਘ ਭਸੀਨ ਕੋਲੋਂ, ਜਿਹੜੇ ਕਿ ਪ੍ਰੈਜ਼ੀਡੈਂਟ ਨੇ ਉਦਯੋਗ ਨਗਰ ਮੈਨੂਫੈਕਚਰ ਐਸੋਸੀਏਸ਼ਨ ਪੰਜਾਬ ਦੇ। ਉਸ ਤੋਂ ਬਾਅਦ ਦੂਸਰਾ ਜਿਹੜਾ ਉਹਨਾਂ ਦਾ ਸਟੇਟ ਲੈਵਲ ਐਡਵਾਈਜ਼ਰੀ ਬੋਰਡ ਦੇ ਵਿੱਚ MSME ਦਾ ਬੋਰਡ ਹੈ, ਉਹਦੇ ਮੈਂਬਰ ਵੀ ਨੇ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦਾ ਜਿਹੜਾ ਉਦਯੋਗਪਤੀਆਂ ਨੂੰ ਇਸ ਲੋਕਡਾਊਨ ਦੇ ਦੌਰਾਨ ਜਿਹੜਾ ਹੈ ਉਹ ਨੁਕਸਾਨ ਪਹੁੰਚਿਆ, ਤੇ ਬੀਇੰਗ ਅ ਪ੍ਰੈਜ਼ੀਡੈਂਟ ਜਿਹੜਾ ਇਹਨਾਂ ਕੋਲੋਂ ਕਿਹੜੇ ਨੁਕਸਾਨਾਂ ਦੀ ਕੰਪਲੇਂਟ ਪਹੁੰਚੀ ਹੈ। ਸਤਿ ਸ਼੍ਰੀ ਅਕਾਲ ਤਜਿੰਦਰ ਜੀ। ਤਜਿੰਦਰ ਜੀ, ਕਿਸ ਤਰੀਕੇ ਦਾ ਜਿਹੜਾ ਨੁਕਸਾਨ ਹੈ, ਕਿਉਂਕਿ ਤੁਸੀਂ ਪ੍ਰੈਜ਼ੀਡੈਂਟ ਹੋ ਆਪਣੇ ਉਦਯੋਗ ਮਾਰਕੀਟ ਦੇ, ਜਿਸ ਮਾਰਕੀਟ ਤੁਸੀਂ ਆਪਾਂ ਬੈਠੇ ਹੈਗੇ ਆ, ਉੱਥੇ ਤੁਸੀਂ ਪ੍ਰੈਜ਼ੀਡੈਂਟਸ਼ਿਪ ਹਾਸਲ ਕੀਤੀ ਹੋਈ ਹੈ। ਬਹੁਤ ਸਾਰੇ ਇੰਡਸਟਰੀਅਲਿਸਟ ਤੁਹਾਡੇ ਕੋਲ ਵੀ ਆਏ ਹੋਣਗੇ ਜਦੋਂ ਇਹ ਲੋਕਡਾਊਨ ਹੋਇਆ। ਉਹਨਾਂ ਨੂੰ ਕਿਸ ਤਰੀਕੇ ਦੀ ਤੇ ਤੁਹਾਨੂੰ ਕਿਸ ਤਰੀਕੇ ਦੀ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਪਿਛਲੇ ਇਸ 1.5 ਮਹੀਨੇ ਦੇ ਲੋਕਡਾਊਨ 'ਚ, ਜਿਹੜਾ ਇੰਡਸਟਰੀਜ਼ ਦੇ ਲਈ ਖਾਸ ਕਰਕੇ ਸੀਗਾ? ਸਾਹਿਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਪਰਿਵਾਰ ਦਾ ਬੜਾ ਥੈਂਕਸ ਕਰਨਾ ਚਾਹੁੰਦਾ ਕਿ ਉਹ ਜਿਹੜੇ ਸਾਡੇ ਇੰਡਸਟਰੀਲਿਸਟਾਂ ਦੀ ਜਿਹੜੀ ਕੋਈ ਵੀ ਡਿਮਾਂਡ ਹੈਗੀ ਹੈ ਜਾਂ ਉਹਨਾਂ ਦੇ ਸੁਜੈਸ਼ਨਸ ਹੈਗੇ ਹੈ, ਉਹ ਗਵਰਨਮੈਂਟ ਤੱਕ, ਐਡਮਿਨਿਸਟ੍ਰੇਸ਼ਨ ਤੱਕ ਬੜੀ ਚੰਗੀ ਤਰ੍ਹਾਂ ਪਹੁੰਚਾ ਰਹੇ ਨੇ। ਜਦੋਂ ਇਹ ਲੋਕਡਾਊਨ ਹੋਇਆ 21 ਮਾਰਚ ਤੱਕ ਤਾਂ ਸਾਰੀਆਂ ਫੈਕਟਰੀਆਂ ਚੱਲ ਰਹੀਆਂ ਸੀਗੀਆਂ, ਪਰ ਉਸ ਤੋਂ ਬਾਅਦ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਦਾਂ ਦਾ ਫੇਸ ਕਿਸੇ ਨੂੰ ਦੇਖਣਾ ਪੈ ਸਕਦਾ। ਅਸੀਂ ਖਬਰਾਂ ਜ਼ਰੂਰ ਸੁਣ ਰਹੇ ਸੀ ਕਿ ਪੂਰੇ ਵਰਲਡ ਦੇ ਵਿੱਚ ਕੋਵਿਡ-19 ਦੀ ਪ੍ਰੋਬਲਮ ਆ ਗਈ ਹੈ, ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ, ਪਰ ਅਸੀਂ ਇੱਕ ਸਡਨਲੀ ਸਾਨੂੰ ਇਹ ਸਭ ਕੁਝ ਆਪਣਾ ਜਿਹੜਾ ਪ੍ਰੋਡਕਸ਼ਨ ਦਾ ਉਹ ਬੰਦ ਕਰਨਾ ਪਿਆ। ਉਹਦੇ ਵਿੱਚ ਪ੍ਰੋਬਲਮਸ ਤਾਂ ਸਾਨੂੰ ਬਹੁਤ ਆਈਆਂ, ਕਿਉਂਕਿ ਇੱਦਾਂ ਦਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇੰਨੀ ਜ਼ਿਆਦਾ ਪ੍ਰੋਬਲਮ ਸਾਨੂੰ ਫੇਸ ਕਰਨੀ ਪਏਗੀ। ਜਿਹੜੀ ਇੰਡਸਟਰੀ ਜਿਨ੍ਹਾਂ ਨੇ ਅੱਗੇ 2008 ਦੇ ਵਿੱਚ ਵੀ ਇੱਕ ਮੰਦੇ ਦਾ ਸਮਾਂ ਦੇਖਿਆ, ਹੋਰ ਵੀ ਸਾਡੇ ਜਿਹੜੇ ਪੁਰਾਣੇ ਇੰਡਸਟਰੀਸਟ ਹੈ ਇੱਦਾਂ ਦੇ ਫੇਸ ਦੇਖੇ ਨੇ ਵੀ ਜਿਹਦੇ ਵਿੱਚ ਇੰਡਸਟਰੀ ਨੂੰ ਬਹੁਤ ਜ਼ਿਆਦਾ ਤਕਲੀਫਾਂ ਦਾ, ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ, ਪਰ ਇੰਨੀ ਜ਼ਿਆਦਾ ਇੰਡਸਟਰੀ ਨੂੰ ਕਦੇ ਵੀ ਪ੍ਰੋਬਲਮ ਨਹੀਂ ਆਈ। ਉਹਦੇ ਵਿੱਚ ਇਹ ਹੈ ਕਿ ਜਿਹੜੀ ਇੰਡਸਟਰੀ ਨੂੰ ਮੈਂ ਰਿਪਰੈਜ਼ੈਂਟ ਕਰਦਾ, ਅਸੀਂ ਬਹੁਤ ਹੀ ਮਾਈਕਰੋ ਇੰਡਸਟਰੀ ਨੂੰ ਮੈਂ ਰਿਪਰੈਜ਼ੈਂਟ ਕਰਦਾ। ਜਿਹੜੀ ਸਾਡੀ ਇੱਥੇ ਐਸੋਸੀਏਸ਼ਨ ਹੈ ਗੋਦਾਈਪੁਰ ਮੈਨੂਫੈਕਚਰਰ ਐਸੋਸੀਏਸ਼ਨ, ਉਹਦੇ ਵਿੱਚ ਮਾਈਕਰੋ ਯੂਨਿਟਸ ਜ਼ਿਆਦਾ ਨੇ ਅਤੇ ਸਮਾਲ ਯੂਨਿਟਸ ਘੱਟ ਨੇ, ਅਤੇ ਉਹਨਾਂ ਨੂੰ ਜਿਹੜਾ ਇਸ ਕੋਵਿਡ-19 ਦੇ ਦੌਰਾਨ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੰਪੈਰੇਟਿਵਲੀ ਟੂ ਜਿਹੜੀ ਵੱਡੀ ਇੰਡਸਟਰੀ ਹੈਗੀ ਆ। ਸਰ, ਜੇਕਰ ਆਪਾਂ ਗੱਲ ਕਰੀਏ, ਤੁਹਾਡੀ ਜਿਹੜੀ ਇੰਡਸਟਰੀ ਹੈ ਬੇਸਿਕਲੀ ਇੱਕ ਕਾਸਟਿੰਗ ਇੰਡਸਟਰੀ ਹੈ। ਤੁਸੀਂ ਆਪ ਵੀ ਜਿਹੜਾ ਮੈਟਲ ਕਾਸਟਿੰਗ ਦੇ ਵਿੱਚ ਡੀਲ ਕਰਦੇ ਹੋ। ਉਸ ਤੋਂ ਬਾਅਦ ਜਦੋਂ ਮੈਟਲ ਕਾਸਟ ਹੋ ਜਾਂਦਾ, ਐਜ਼ ਪਰ ਰਿਕੁਆਇਰਮੈਂਟ ਤੁਸੀਂ ਅੱਗੇ ਸਪਲਾਈ ਕਰਦੇ ਹੋ। ਤੁਹਾਨੂੰ ਕੀ ਲੱਗਦਾ ਜਦੋਂ ਇਹ ਲੋਕਡਾਊਨ ਹੋਇਆ, ਤੁਹਾਡੀ ਮੈਟਲ ਕਾਸਟਿੰਗ ਇੰਡਸਟਰੀ ਦੇ ਉੱਤੇ ਜਿਹੜਾ ਹੈ ਇਸ ਚੀਜ਼ ਦਾ ਕਿਸ ਤਰੀਕੇ ਨਾਲ ਪ੍ਰਭਾਵ ਪਿਆ? ਜਿਹੜੀ ਮੇਰੀ ਇੰਡਸਟਰੀ ਹੈ, ਅਸੀਂ ਕਾਸਟਿੰਗ ਦਾ ਕੰਮ ਕਰਦੇ ਹਾਂ, ਮੈਟਲ ਕਾਸਟਿੰਗ ਕਰਦੇ ਹਾਂ, ਅਤੇ ਅਸੀਂ OEMs ਨਾਲ ਕੰਮ ਕਰਦੇ ਹਾਂ। ਜਦੋਂ ਇਹ ਲੋਕਡਾਊਨ ਹੋਇਆ ਤਾਂ ਪੂਰੀ ਇੰਡੀਆ ਦੇ ਵਿੱਚ ਜਿੰਨੇ ਵੀ ਵੱਡੀ ਇੰਡਸਟਰੀ, ਛੋਟੀ ਇੰਡਸਟਰੀ, ਸਾਰੇ ਹੀ ਬੰਦ ਹੋ ਗਈ। ਉਹਦੇ ਨਾਲ ਸਾਡੀ ਇੰਡਸਟਰੀ ਵੀ ਸਫਰ ਕਰਨਾ ਪਿਆ। ਅਤੇ ਉਸ ਤੋਂ ਬਾਅਦ ਜਿਹੜੀ ਦੁਬਾਰਾ ਜਦੋਂ ਅਸੀਂ ਇਹਨੂੰ ਸ਼ੁਰੂ ਕੀਤਾ ਇੰਡਸਟਰੀ ਨੂੰ, ਜਿਹੜਾ ਗੌਰਮੈਂਟ ਨੇ ਬੜੀ ਕੋਸ਼ਿਸ਼ ਕੀਤੀ, ਅਸੀਂ ਸਾਰੇ ਇੰਡਸਟਰੀ ਐਸੋਸੀਏਸ਼ਨਸ ਨੇ ਵੀ ਕੋਸ਼ਿਸ਼ ਕੀਤੀ, ਐਡਮਿਨਿਸਟ੍ਰੇਸ਼ਨ ਤੋਂ, ਪੰਜਾਬ ਗੌਰਮੈਂਟ ਤੋਂ ਅਸੀਂ ਕੁਛ ਰਿਲੈਕਸੇਸ਼ਨ ਲੈ ਕੇ ਇੰਡਸਟਰੀ ਸ਼ੁਰੂ ਕੀਤੀ, ਉਹਨਾਂ ਨੇ ਸਾਡੀ ਹੈਲਪ ਵੀ ਕੀਤੀ, ਪਰ ਸਟਿਲ ਹੁਣ ਗੱਲ ਇਹ ਹੈਗੀ ਕਿ ਹਜੇ ਤੱਕ ਜਿਹੜੀ ਇੰਡਸਟਰੀ ਆਪਾਂ ਦੁਬਾਰਾ ਸਟਾਰਟ ਕੀਤੀ ਹੈ, ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਪਾਰਟ ਹੈਗਾ ਉਹ ਵੱਡੀਆਂ ਇੰਡਸਟਰੀ ਦਾ ਹੈਗਾ। ਵੀ ਜਦ ਤੱਕ ਉਹ ਵੱਡੀ ਇੰਡਸਟਰੀ ਨਹੀਂ ਚੱਲੇਗੀ, ਸਾਡੀ ਡੋਮੈਸਟਿਕ ਮਾਰਕੀਟ ਨਹੀਂ ਖੁੱਲ੍ਹੇਗੀ, ਇਹ ਇੰਡਸਟਰੀ ਅਸੀਂ ਦੁਬਾਰਾ ਤੋਂ ਨਹੀਂ ਚਲਾ ਪਾਵਾਂਗੇ। ਸਾਨੂੰ ਹਜੇ ਜਿਹੜੇ 20% 30% ਕੁਛ ਡਿਮਾਂਡਸ ਇੰਡਸਟਰੀ ਤੋਂ ਆ ਰਹੀਆਂ ਨੇ, OEMs ਤੋਂ ਵੀ ਆ ਰਹੀਆਂ ਨੇ, ਅਤੇ ਕੁਛ ਡੋਮੈਸਟਿਕ ਤਾਂ ਬਹੁਤ ਥੋੜ੍ਹਾ ਹਜੇ ਖੁੱਲ੍ਹਿਆ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਲੋਕਡਾਊਨ 4 ਆਏਗਾ ਅਤੇ ਹੋਰ ਜਿਹੜਾ ਇੰਡਸਟਰੀ ਜਿਹੜੀ ਖੁੱਲ੍ਹੇਗੀ ਅਤੇ ਸਾਡੀ ਡੋਮੈਸਟਿਕ ਮਾਰਕੀਟਸ ਵੀ ਖੁੱਲ੍ਹਣਗੀਆਂ, ਅਤੇ ਜਿਹਦੇ ਨਾਲ ਸਾਨੂੰ ਕੁਛ ਡਿਮਾਂਡ ਆਏਗੀ ਅਤੇ ਆਪਾਂ ਇੰਡਸਟਰੀ ਚਲਾ ਪਾਵਾਂਗੇ। ਜੇਕਰ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਲੋਕਡਾਊਨ 4 ਦੀ, ਕੱਲ੍ਹ ਨਰਿੰਦਰ ਮੋਦੀ ਸਾਹਿਬ ਨੇ ਇੱਕ ਅਨਾਊਂਸਮੈਂਟ ਵੀ ਕੀਤੀ ਹੈ। ਤੁਹਾਨੂੰ ਕੀ ਲੱਗਦਾ ਜਿਹੜਾ ਲੋਕਡਾਊਨ 4 ਹੈ, ਅਗਰ ਜੇ ਆਪਾਂ ਇੱਕ ਅੰਦਾਜ਼ਾ ਤਾਂ ਲਗਾਈਏ, ਅਤੇ ਕਿਹੜਾ ਜਿਹੜਾ ਹੈ ਬੈਸਟ ਪਾਰਟ ਇਸ ਲੋਕਡਾਊਨ 4 ਦੇ ਵਿੱਚ ਜਿਹੜਾ ਨਰਿੰਦਰ ਮੋਦੀ ਜੀ ਇੰਡਸਟਰੀਅਲਿਸਟ ਦੇ ਲਈ ਲੈ ਕੇ ਆ ਸਕਦੇ ਨੇ? ਸਾਹਿਲ ਜੀ, ਮੈਨੂੰ ਇਹ ਲੱਗਦਾ ਹੈਗਾ ਜਿੱਦਾਂ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੱਲ੍ਹ ਕਿਹਾ ਹੈਗਾ ਕਿ ਜਿਹੜਾ ਲੋਕਡਾਊਨ 4 ਹੈ ਡਿਫਰੈਂਟ ਨਵੇਂ ਕਲਰਸ ਦੇ ਵਿੱਚ ਆਏਗਾ, ਮਤਲਬ ਉਹਦੇ ਵਿੱਚ ਹੋਰ ਜ਼ਿਆਦਾ ਐਲੈਬੋਰੇਟ ਕੀਤਾ ਜਾਏਗਾ, ਉਹਦੇ ਵਿੱਚ ਰਿਲੈਕਸੇਸ਼ਨਸ ਜਾਂ ਹੋਰ ਵੀ ਜਿਹੜੀ ਗਾਈਡਲਾਈਨਸ ਉਹ ਦੱਸੀਆਂ ਜਾਣਗੀਆਂ। ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਸਾਡੇ CM ਸਾਹਿਬ ਨੇ ਵੀ ਡਿਮਾਂਡ ਕੀਤੀ ਹੈ ਕਿ ਜਿੱਦਾਂ ਰੈੱਡ ਜ਼ੋਨ, ਔਰੇਂਜ ਜ਼ੋਨ ਅਤੇ ਅਸੀਂ ਗ੍ਰੀਨ ਜ਼ੋਨ ਬਣਾਏ ਹੈ, ਉਹਦੇ ਵਿੱਚ
ਕੋਈ ਵੀ ਇੱਕ ਸਿਟੀ ਹੈ ਜਿੱਦਾਂ ਇੱਕ ਡਿਸਟ੍ਰਿਕਟ ਹੈ ਉਹਨੂੰ ਸਾਰਿਆਂ ਨੂੰ ਰੈੱਡ ਜ਼ੋਨ ਅਨਾਊਂਸ ਕਰ ਦਿੱਤਾ ਜਾਂਦਾ। ਮੈਨੂੰ ਲੱਗਦਾ ਵੀ ਇੱਦਾਂ ਦਾ ਹੁਣ ਜਿਹੜੇ ਨਵੇਂ ਲੋਕਡਾਊਨ 4 ਆਏਗਾ ਉਹਦੇ ਵਿੱਚ ਕੁਝ ਪੌਕਟਸ ਜਿਹੜੀਆਂ ਜ਼ਿਆਦਾ ਇਫੈਕਟਿਵ ਹੋ ਰਹੀਆਂ ਉਹਨੂੰ ਛੱਡ ਕੇ ਬਾਕੀਆਂ ਨੂੰ ਰੈੱਡ ਜ਼ੋਨ ਦੇ ਵਿੱਚੋਂ ਕੱਢਿਆ ਜਾਏਗਾ, ਜਿਹਦੇ ਨਾਲ ਥੋੜ੍ਹੀ ਜਿਹੀ ਮੂਵਮੈਂਟ ਸ਼ੁਰੂ ਹੋ ਜਾਏਗੀ। ਥੋੜ੍ਹਾ ਜਿਹਾ ਸੇਫਟੀ ਪ੍ਰੀਕਾਸ਼ਨਸ ਲੈ ਕੇ ਪ੍ਰੋਪਰ ਅਸੀਂ SOP ਦੇ ਨਾਲ ਜਿਹੜਾ ਅਸੀਂ ਮੂਵ ਕਰ ਸਕਾਂਗੇ ਅਤੇ ਜਿਹਦੇ ਨਾਲ ਸਾਨੂੰ ਇਹ ਮਦਦ ਮਿਲੇਗੀ। ਬਾਕੀ ਹੋਰ ਵੀ ਜਿਹੜੇ ਗਾਈਡਲਾਈਨਸ ਹੈਗੀਆਂ ਜਿਹਦੇ ਨਾਲ ਦੇਖੋ ਇੱਕ ਸਾਨੂੰ ਇਹ ਗੱਲ ਕਲੀਅਰ ਹੀ ਹੈ ਕਿ ਜਿਹੜਾ ਇਹ COVID-19 ਹੈ ਇਹਦੇ ਨਾਲ ਸਾਨੂੰ ਚੱਲਣਾ ਹੀ ਪੈਣਾ, ਕਿਉਂਕਿ ਹਜੇ ਮਿਨੀਮਮ ਜਿਹੜਾ ਜੋ ਸੁਣਨ ਨੂੰ ਮਿਲ ਰਿਹਾ WHO ਨੇ ਵੀ ਕਿਹਾ ਅਤੇ ਹੋਰ ਵੀ ਸਾਨੂੰ ਪਤਾ ਲੱਗ ਰਿਹਾ ਕਿ 1 ਸਾਲ ਤਾਂ ਇਹਦੀ ਵੈਕਸੀਨ ਦੇ ਚਾਂਸਿਸ ਘੱਟ ਹੈ, ਵੀ 1 ਸਾਲ ਇਹ ਵੈਕਸੀਨ ਨੂੰ ਆਉਣ ਨੂੰ ਲੱਗ ਜਾਏਗਾ। ਇਹਦਾ ਮਤਲਬ ਇਹ ਹੈਗਾ ਕਿ ਸਾਨੂੰ ਇਹਦੇ ਨਾਲ ਹੀ ਸਾਨੂੰ ਫਾਈਟ ਕਰਕੇ ਸਾਨੂੰ SOP ਇਹਦੇ ਬਣਾ ਕੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਚੱਲਣਾ ਪਏਗਾ। ਅਤੇ ਉਹਦਾ ਮਤਲਬ ਇਹ ਹੈਗਾ ਕਿ ਅਸੀਂ ਜਿਹੜੇ ਆਪਣੀ ਕਾਰੋਬਾਰ ਹੈ, ਜਿਹੜੇ ਆਪਣੀ ਇੰਡਸਟਰੀ ਹੈ ਜਾਂ ਹੋਰ ਵੀ ਜਿਹੜੇ ਕੋਈ ਸਿਸਟਮ ਜਿਹੜੇ ਚੱਲ ਰਹੇ ਆ ਉਹਨੂੰ ਅਸੀਂ COVID-19 ਦੇ ਨਾਲ ਚਲਾਉਣਾ ਪਏਗਾ। ਜਿਹੜੇ ਸਾਡੇ ਵਾਸਤੇ ਨੈਸੈਸਿਟੀ ਹੈਗੀ ਹੈ, ਜਿਹੜੀ ਜ਼ਰੂਰੀ ਚੀਜ਼ਾਂ ਹਨ ਅਤੇ ਸਾਨੂੰ ਇਹ ਕਰਨਾ ਹੀ ਪਏਗਾ। ਅਤੇ ਮੈਨੂੰ ਲੱਗਦਾ ਕਿ ਜਿਹੜੀ ਇੰਡੀਅਨ ਗੌਰਮੈਂਟ ਹੈ ਉਹ ਵੀ ਇਹੀ ਸੋਚ ਰਹੀ ਹੈ ਕਿ ਜਿਹੜੀ ਲੋਕਡਾਊਨ 4 ਹੈ ਉਹਦੇ ਵਿੱਚ ਜਿਹੜੀਆਂ ਗਾਈਡਲਾਈਨਸ ਇਸ ਹਿਸਾਬ ਨਾਲ ਬਣਾਈਆਂ ਜਾਣਗੀਆਂ ਤਾਂ ਕਿ ਜਿਹੜੀ ਮੈਕਸੀਮਮ ਜਿਹੜੇ ਹੈਗੇ ਆ ਜਿਹੜੇ ਐਸੈਂਸ਼ੀਅਲ ਗੁੱਡਸ ਹੈਗੀਆਂ ਜਾਂ ਜਿਹੜੇ ਬਹੁਤ ਜ਼ਰੂਰੀ ਕੰਮ ਹੈਗੇ ਜਿਹੜੇ ਕਰਨ ਵਾਲੇ ਉਹ ਕੀਤੇ ਜਾ ਸਕਣ। ਸਰ ਜੇਕਰ ਗੱਲ ਕਰੀਏ ਜਿਹੜੀਆਂ ਇੰਡਸਟਰੀਜ਼ ਹੁੰਦੀਆਂ ਨੇ ਬੇਸਿਕਲੀ ਉਹ ਜਿਹੜੀ ਮਾਈਗ੍ਰੈਂਟ ਲੇਬਰ ਹੈ ਤੇਜਿੰਦਰ, ਉਹ ਬਹੁਤ ਜ਼ਿਆਦਾ ਉਹ 'ਤੇ ਡਿਪੈਂਡ ਕਰਦੀ ਹੈ, ਰਾਈਟ। ਅਤੇ ਜਿਹੜੀ ਹੁਣ ਆਪਾਂ ਗੱਲ ਕਰੀਏ ਜਿਹੜੀ ਲੇਬਰ ਹੈ ਉਹ ਬਹੁਤ ਜ਼ਿਆਦਾ ਮਾਈਗ੍ਰੇਟ ਪੰਜਾਬ ਤੋਂ ਖਾਸ ਕਰਕੇ ਹੁਣ ਮਾਈਗ੍ਰੇਟ ਕਰਨੀ ਸ਼ੁਰੂ ਹੋ ਚੁੱਕੀ ਹੋਈ ਹੈ, ਕਿਉਂਕਿ ਫ੍ਰੀ ਟ੍ਰੇਨਸ ਨੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਉਹ ਸਾਰੀ ਲੇਬਰ ਉੱਥੇ ਮਾਈਗ੍ਰੇਟ ਕਰਨੀ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਲੇਬਰ ਦੇ ਮਾਈਗ੍ਰੇਸ਼ਨ ਦੇ ਨਾਲ ਪੰਜਾਬ ਦੀ ਇੰਡਸਟਰੀਜ਼ ਨੂੰ ਖਾਸ ਕਰਕੇ ਕਿੰਨਾ ਕੁ ਨੁਕਸਾਨ ਪਹੁੰਚ ਸਕਦਾ ਅਤੇ ਕਿਸ ਤਰੀਕੇ ਦਾ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲੇਗਾ? ਮੈਂ ਸਾਹਿਲ ਜੀ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਲੋਕਡਾਊਨ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜੀ ਮਾਈਗ੍ਰੈਂਟ ਲੇਬਰ ਸੀ, ਜਿਹੜਾ ਸਾਡਾ ਇੱਕ ਫੈਮਿਲੀ ਹੈ ਇੰਡਸਟਰੀ ਦੀ, ਜਿਹੜੀ ਮਾਈਗ੍ਰੈਂਟ ਲੇਬਰ ਉਹ ਵੀ ਇੱਕ ਪਰਿਵਾਰ, ਅਸੀਂ ਸਾਰੇ ਜਿਹੜੇ ਇੰਡਸਟਰੀ ਅਤੇ ਮਾਈਗ੍ਰੈਂਟ ਲੇਬਰ ਇੰਡਸਟਰੀਸਟ ਹੈਗੇ ਆ ਸਾਰੇ ਇੱਕ ਪਰਿਵਾਰ ਦਾ ਹਿੱਸਾ। ਜਿੰਨੇ ਦਿਨ ਲੋਕਡਾਊਨ ਰਿਹਾ ਜਦ ਤੱਕ ਕਿ ਟ੍ਰੇਨਸ ਦੀ ਮੂਵਮੈਂਟ ਨਹੀਂ ਸ਼ੁਰੂ ਹੋਈ ਸੀ, ਐਕਚੁਅਲੀ ਜਿਹੜੀ ਇਹ ਮੂਵਮੈਂਟ ਸ਼ੁਰੂ ਹੋਈ ਸੀ ਸੈਂਟਰਲ ਗੌਰਮੈਂਟ ਨੇ ਕਿਹਾ ਸੀ ਇਹ ਜਿਹੜੀ ਹੈਗੀ ਸਟੈਂਡਰਡ ਮਾਈਗ੍ਰੈਂਟਸ ਵਾਸਤੇ ਹੈਗੀ ਹੈ, ਜਿਹੜੇ ਡਿਊਰਿੰਗ ਲੋਕਡਾਊਨ ਟਰੈਵਲ ਕਰ ਰਹੇ ਸੀ ਜਾਂ ਕਿਸੇ ਕਾਰਨ ਕਰਕੇ ਕਿਤੇ ਗਏ ਸੀਗੇ ਅਤੇ ਉਹ ਫਸ ਗਏ ਸੀ ਉਹਨਾਂ ਵਾਸਤੇ। ਪਰ ਜਦੋਂ ਇਹ ਮੂਵਮੈਂਟ ਸ਼ੁਰੂ ਹੋਈ ਤਾਂ ਸਾਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਜਿਹੜੀ ਮਾਈਗ੍ਰੈਂਟ ਵਰਕਰ ਸਾਡੇ ਪਰਿਵਾਰ ਦਾ ਹਿੱਸਾ ਬੜੇ ਸਾਲਾਂ ਤੋਂ ਸਾਡੇ ਕੋਲ ਕੰਮ ਕਰ ਰਹੇ ਸੀਗੇ ਅਤੇ ਜਿਹੜੇ ਨਹੀਂ ਵੀ ਜਾਣਾ ਚਾਹੁੰਦੇ ਸੀਗੇ ਅਤੇ ਉਹ ਵੀ ਜਾਣ ਲੱਗ ਪਏ। ਉਹਦਾ ਰੀਜ਼ਨ 2-3 ਸਪੈਸੀਫਿਕ ਹੈਗੇ ਆ। ਉਹਦੇ ਵਿੱਚ ਇੱਕ ਜਿਹੜਾ ਤੁਸੀਂ ਦੱਸਿਆ ਕਿ ਇੱਕ ਤਾਂ ਜਿਹੜਾ ਉਹ ਫ੍ਰੀ ਟ੍ਰੇਨ ਸ਼ੁਰੂ ਕਰ ਦਿੱਤੀਆਂ ਗਈਆਂ। ਦੂਸਰੀ ਗੱਲ ਇਹ ਹੈ ਕਿ ਜਿਹੜੀ ਗੌਰਮੈਂਟਸ ਹੈਗੀਆਂ ਜਿੱਦਾਂ ਮੈਕਸੀਮਮ ਜਿਹੜੀ ਲੇਬਰ ਸੀ UP, ਬਿਹਾਰ, ਝਾਰਖੰਡ, ਇਹਨਾਂ ਵੈਸਟ ਬੰਗਾਲ ਇੱਦਾਂ ਦੇ ਸੀਗੀ ਅਤੇ ਉਹਨਾਂ ਦੇ ਜਿਹੜੇ ਗੌਰਮੈਂਟਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਤੁਸੀਂ ਵਾਪਸ ਆਓ ਅਤੇ ਅਸੀਂ ਤੁਹਾਨੂੰ ਇੱਕ ਤਾਂ ਫਾਈਨੈਂਸ਼ੀਅਲ ਹੈਲਪ ਵੀ ਕਰਾਂਗੇ, ਸੈਕੰਡਲੀ ਅਸੀਂ ਤੁਹਾਨੂੰ ਜੋਬਸ ਵੀ ਦੇਵਾਂਗੇ। ਮੈਂ ਇਹਦੇ ਨਾਲ ਥੋੜ੍ਹਾ ਜਿਹਾ ਡਿਫਰ ਕਰਦਾ ਹੈਗਾ ਕਿ ਜੇ ਜੋਬਸ ਉੱਥੇ ਪਹਿਲਾਂ ਹੀ ਹੋਣ ਅਤੇ ਫਿਰ ਉਹਨਾਂ ਨੂੰ ਇੱਥੇ ਆਉਣ ਦੀ ਲੋੜ ਹੀ ਨਹੀਂ ਹੈਗੀ। ਸੈਕੰਡਲੀ ਜੇ ਉਹ ਕੁਝ ਇੱਦਾਂ ਦੇ ਐਫਰਟਸ ਕਰ ਵੀ ਰਹੇ ਆ ਜਿੱਦਾਂ ਉਹਨਾਂ ਨੇ UP ਨੇ ਜਾਂ ਬਿਹਾਰ ਨੇ ਲੇਬਰ ਲਾਜ਼ ਦੇ ਵਿੱਚ MP ਨੇ ਕੁਝ ਕੀਤਾ ਅਤੇ ਉਹਦੇ ਨਾਲ ਜਿਹੜੀ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾ ਸਕੇ ਅਤੇ ਹੋ ਸਕਦਾ ਕੋਈ ਵੱਡੀ ਇੰਡਸਟਰੀ ਆ ਵੀ ਜਾਵੇ ਪਰ ਉਹਨੂੰ ਆਉਣ ਨੂੰ ਟਾਈਮ ਲੱਗੇਗਾ, ਉਹਦੇ ਵਿੱਚ ਪ੍ਰੋਸੈਸ ਲੰਬਾ ਹੈ। ਇਸ ਕਰਕੇ ਮੇਰੀ ਤਾਂ ਜਿਹੜੇ ਸਾਡੇ ਕੋਲ ਵਰਕਰਸ ਇੱਥੇ ਕੰਮ ਕਰ ਰਹੇ ਹੈ ਉਹਨਾਂ ਅੱਗੇ ਇਹ ਰਿਕੁਐਸਟ ਹੈਗੀ ਹੈ ਕਿ ਜਿੱਦਾਂ ਅਸੀਂ ਤੁਹਾਡਾ ਅੱਗੇ ਲੋਕਡਾਊਨ 'ਚ 40-45 ਦਿਨ ਸਾਥ ਦਿੱਤਾ ਹੈ, ਤੁਹਾਨੂੰ ਸਾਰਿਆਂ ਨੂੰ ਜੋ ਵੀ ਅਸੀਂ ਨੀਡਸ ਹੈਗੀਆਂ ਉਹ ਪੂਰੀਆਂ ਕੀਤੀਆਂ, ਚਾਹੇ ਉਹ ਰਾਸ਼ਨ ਦੇ ਕੇ ਚਾਹੇ ਕੈਸ਼ ਦੇ ਕੇ, ਅਤੇ ਜਿਹੜੀਆਂ ਫੈਕਟਰੀਆਂ ਚੱਲ ਗਈਆਂ ਨੇ ਉਹਨਾਂ ਦੇ ਵਿੱਚੋਂ ਤੁਸੀਂ ਚੱਲਦੇ ਕੰਮ ਦੇ ਵਿੱਚ ਘਰ ਨਾ ਜਾਓ ਅਤੇ ਤੁਸੀਂ ਇੱਥੇ ਕੰਮ ਕਰੋ ਅਤੇ ਅੱਗੇ ਵੀ ਅਸੀਂ ਸਾਰਾ ਪਰਿਵਾਰ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ। ਜੋ ਅਸੀਂ ਆਪਣੇ ਵਾਸਤੇ ਕਰ ਸਕਦੇ ਹਾਂ ਉਹ ਤੁਹਾਡੇ ਵਾਸਤੇ ਵੀ ਕਰਾਂਗੇ ਅਤੇ ਉਹਨਾਂ ਨੂੰ ਵਾਪਸ ਜਾਣ ਦੀ ਲੋੜ ਨਹੀਂ ਹੈਗੀ। ਅਤੇ ਸਰ ਜੇਕਰ ਆਪਾਂ ਪੂਰੀ ਗੱਲ ਕਰੀਏ ਇੰਡਸਟਰੀ ਦੇ ਵਿੱਚ ਇਕੱਲੀ ਜਿਹੜਾ ਹੈ ਲੇਬਰ ਹੀ ਨਹੀਂ, ਹੋਰ ਵੀ ਇੱਕ ਮਿਡਲ ਕਲਾਸ ਫੈਮਿਲੀ ਵੀ, ਇੱਕ ਮਿਡਲ ਕਲਾਸ ਬੰਦਾ ਵੀ ਤੁਹਾਡੇ ਆ ਕੇ ਇੱਥੇ ਕੰਮ ਕਰਦਾ। ਜੇਕਰ ਆਪਾਂ ਗੱਲ ਕਰੀਏ 70% ਜੇ ਲੇਬਰ ਹੈ ਅਤੇ 30% ਹਰ ਫੈਕਟਰੀ ਹਰ ਆਰਗੇਨਾਈਜੇਸ਼ਨ ਦੇ ਵਿੱਚ ਮਿਡਲ ਕਲਾਸ ਫੈਮਿਲੀ ਦੇ ਬੰਦੇ ਵੀ ਹੁੰਦੇ ਜਿਹੜੇ ਕੰਮ ਕਰਦੇ ਨੇ, ਜਿਹੜੇ ਕਿ ਹਰ ਮਹੀਨੇ ਦੇ ਅਖੀਰ ਦੇ ਵਿੱਚ ਆਪਣੀ ਸੈਲਰੀਜ਼ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ ਕਿ ਉਹ ਸੈਲਰੀਜ਼ ਲੈ ਕੇ ਆਪਣੇ ਘਰ ਦੇ ਖਰਚੇ ਚਲਾਉਂਦੇ ਨੇ। ਪਰ ਬਹੁਤ ਸਾਰੇ ਇੰਡਸਟਰੀਅਲਿਸਟ ਜਿਹੜੇ ਹੈਗੇ ਨੇ ਉਹਨਾਂ ਨੇ ਮਾਰਚ ਦੀ ਸੈਲਰੀ ਤਾਂ ਪੇ ਕਰ ਦਿੱਤੀ, ਪਰ April ਦੀ ਸੈਲਰੀਜ਼ ਦੇਣ ਲੱਗਿਆਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੰਡਸਟਰੀਜ਼ ਦੇ ਆਪਣੇ ਵੀ ਬਹੁਤ ਜ਼ਿਆਦਾ ਖਰਚੇ ਹੁੰਦੇ ਨੇ, ਰਾਈਟ। ਬਹੁਤ ਸਾਰੇ ਇੰਡਸਟਰੀਅਲਿਸਟ ਨੇ ਇਹਨਾਂ ਚੀਜ਼ਾਂ ਦੀ ਕੰਪਲੇਂਟ ਵੀ ਕੀਤੀ ਕਿ ਹਾਂ ਵੀ ਸਾਨੂੰ ਇਹ ਪ੍ਰੋਬਲਮ ਆਈ ਆ। ਪਰ ਜੇ ਆਪਾਂ ਤੁਹਾਡੀ ਇੰਡਸਟਰੀ ਦੀ ਗੱਲ ਕਰੀਏ, ਤੁਹਾਡੇ ਕਿਉਂਕਿ ਤੁਸੀਂ ਉਦਯੋਗ ਮੰਡਲ ਦੇ ਪ੍ਰਧਾਨ ਹੋ, ਜਿਸ ਜਗ੍ਹਾ 'ਚ ਆਪਾਂ ਬੈਠੇ ਹਾਂ ਉਹਨਾਂ ਦੇ ਉਦਯੋਗ ਮੰਡਲ ਦੇ ਪ੍ਰਧਾਨ ਹੋ, ਤੁਹਾਨੂੰ ਕੀ ਲੱਗਦਾ ਹੈ ਜਿਹੜੇ ਮਿਡਲ ਕਲਾਸ ਲੋਕ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਇਸ ਤਰੀਕੇ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ? ਜੇ ਕਰਨਾ ਪਿਆ ਵੀ ਹੈ ਤਾਂ ਤੁਸੀਂ ਉਸ ਚੀਜ਼ ਦਾ ਹੱਲ ਲੱਭਿਆ ਸੀ ਕਿ ਨਹੀਂ? ਜਿਹੜੇ
ਸਾਡੀ ਫੈਕਟਰੀ ਦੇ ਵਿੱਚ ਜਿੰਨੇ ਵੀ ਸਟਾਫ ਮੈਂਬਰਸ ਕੰਮ ਕਰਦੇ ਹੈ ਉਹਨਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ 15 ਤੋਂ 20% ਤੱਕ ਜਿਹੜੇ ਸਾਡੇ ਲੋਕਲ ਜਿਹੜੇ ਸਟਾਫ ਦੇ ਮੈਂਬਰ ਉਹ ਪੰਜਾਬੀ ਨੇ, ਅਤੇ ਕੁਛ ਪਰਸੈਂਟ ਸਾਡੇ ਜਿਹੜੇ ਮਾਈਗ੍ਰੈਂਟ ਜਿਹੜੇ ਆ ਕੇ ਇੱਥੇ ਵਸ ਗਏ ਨੇ, ਆਪਣੇ ਘਰ ਬਣਾ ਲਏ ਨੇ, ਉਹਨਾਂ ਦਾ ਪਾਰਟ ਵੀ ਹੈਗਾ। ਟੋਟਲ ਜਿੱਦਾਂ ਤੁਸੀਂ ਕਿਹਾ ਵੀ 30% ਦੇ ਕਰੀਬ ਉਹ ਹੈਗੇ ਸਾਡੇ ਕੋਲ। ਅਤੇ ਜਿੱਥੇ ਤੱਕ ਮੇਰੀ ਨੌਲੇਜ ਹੈ, ਜਿੱਥੇ ਤੱਕ ਮੈਨੂੰ ਫੀਡਬੈਕ ਇੰਡਸਟਰੀ ਤੋਂ ਮਿਲਿਆ ਹੈਗਾ ਕਿ ਸਾਰਿਆਂ ਨੇ ਮਾਰਚ ਦੀ ਤਾਂ ਸੈਲਰੀ ਇਹਨਾਂ ਨੇ ਪੇ ਕਰ ਦਿੱਤੀ ਸਾਰੀ ਇੰਡਸਟਰੀ ਨੇ, ਅਤੇ ਅਪ੍ਰੈਲ ਦੇ ਵਿੱਚ ਵੀ ਜਿੰਨੀ ਕੁ ਇੰਡਸਟਰੀਲਿਸਟ ਕੋਈ ਵੀ ਇੰਡਸਟਰੀਲਿਸਟ ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕਰ ਸਕਦਾ ਸੀਗਾ ਉਹ ਕੀਤੀ ਹੈ। ਚਾਹੇ ਉਹਨਾਂ ਦੇ ਕੋਈ ਰਾਸ਼ਨ ਦੇ ਸੰਬੰਧ ਵਿੱਚ ਹੋਵੇ, ਉਹਨਾਂ ਨੂੰ ਪੈਸੇ ਚਾਹੀਦੇ ਹੋਣ, ਉਹਨਾਂ ਨੇ ਕੋਈ ਆਪਣੇ ਹਾਊਸ ਰੈਂਟ ਦੇਣਾ ਹੋਵੇ, ਉਹਨਾਂ ਨੇ ਕਿਸੇ ਹੋਰ ਆਪਣੇ ਕਿਸੇ ਹੋਰ ਤਰੀਕੇ ਦਾ ਰੈਂਟਸ ਵਗੈਰਾ ਕੁਝ ਕਰਨਾ ਹੋਵੇ, ਉਹਦੇ ਵਾਸਤੇ ਸਾਰੀ ਇੰਡਸਟਰੀ ਨੇ ਆਪਣੇ ਆਪਣੇ ਜਿਹੜੇ ਵਰਕਰਸ ਦਾ ਸਟਾਫ ਉਹਨਾਂ ਦੀ ਹੈਲਪ ਕੀਤੀ ਹੈ। ਬਾਕੀ ਜਿਹੜੀ ਮਿਡਲ ਕਲਾਸ ਇੰਪਲਾਈ ਹੈਗੇ ਆ, ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਬਹੁਤ ਜ਼ਿਆਦਾ ਸੈਲਰੀ ਦੇ ਉੱਤੇ ਡਿਪੈਂਡੈਂਟ ਹੈਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਇੰਡਸਟਰੀਲਿਸਟ ਵੀ ਇਹ ਹੈ ਕਿ ਕਿਉਂਕਿ ਇੰਡਸਟਰੀਲਿਸਟਾਂ ਦਾ ਕੰਮ ਬੰਦ ਪਿਆ ਸੀਗਾ, ਮਾਰਚ ਦੀ ਸੈਲਰੀ ਦੇ ਦਿੱਤੀ ਗਈ ਸੀ, ਅਤੇ ਅਪ੍ਰੈਲ ਦੇ ਵਿੱਚ ਵੀ ਜਿੰਨੇ ਵੀ ਜਿਸ ਇੰਡਸਟਰੀਲਿਸਟ ਦੇ ਵੱਧ ਤੋਂ ਵੱਧ ਹੈਲਪ ਹੋ ਸਕੀ ਉਹ ਆਪਣੇ ਸਟਾਫ ਦੀ ਵਰਕਰਸ ਦੀ ਕੀਤੀ ਹੈਗੀ ਹੈ। ਅਤੇ ਅੱਗੋਂ ਵੀ ਅਸੀਂ ਇਸ ਗੱਲ ਵਾਸਤੇ ਜ਼ਿੰਮੇਵਾਰ ਹੈਗੇ ਹਾਂ ਕਿ ਇੰਡਸਟਰੀ ਕੋਲ ਜਦ ਤੱਕ ਦਮ ਹੈਗਾ, ਇੰਡਸਟਰੀਲਿਸਟਾਂ ਕੋਲ ਜਦ ਤੱਕ ਪੈਸੇ ਹੈਗੇ ਆ, ਉਹ ਆਪਣੇ ਸਟਾਫ ਦੀ ਵਰਕਰਸ ਦੀ ਪੂਰੀ ਹੈਲਪ ਕਰਨਗੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਏਗੀ। ਸਰ ਤੁਹਾਡੀ ਜਿਹੜੀ ਬੇਸਿਕਲੀ ਇੰਡਸਟਰੀ ਹੈ, ਕਿਉਂਕਿ ਤੁਸੀਂ ਕਾਸਟਿੰਗ ਦਾ ਕੰਮ ਕਰਦੇ ਹੋ, ਤੁਹਾਡੀ ਜਿਹੜੀ ਫਰਨੈਂਸ ਹੈ ਉਹ ਬੇਸਿਕਲੀ ਇਲੈਕਟ੍ਰਿਸਿਟੀ ਦੇ ਉੱਤੇ ਕੰਮ ਕਰਦੀ ਹੋਏਗੀ, ਰਾਈਟ? ਬਹੁਤ ਚਲੋ ਫਿਲਹਾਲ ਤਾਂ ਜਦੋਂ ਲੋਕਡਾਊਨ ਰਿਹਾ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਇੰਨੀ ਨਹੀਂ ਹੋਈ ਹੋਏਗੀ, ਪਰ ਬਹੁਤ ਸਾਰੇ ਇੰਡਸਟਰੀਅਲਿਸਟ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਇਲੈਕਟ੍ਰਿਸਿਟੀ ਦੀ ਫਿਕਸ ਚਾਰजेस ਹੁੰਦੇ ਨੇ ਉਹ ਵੀ ਇਸ ਵੇਲੇ ਸਰਕਾਰ ਜਿਹੜੀ ਹੈ ਉਹ ਇੰਡਸਟਰੀਅਲਿਸਟ ਦਾ ਕਹਿਣਾ ਕਿ ਉਹ ਮੰਗ ਕਰ ਰਹੀ ਹੈ ਕਿ ਉਸਨੂੰ ਜੇ ਪੇ ਕੀਤਾ ਜਾਵੇ ਜਲਦੀ ਤੋਂ ਜਲਦੀ, ਜਿੰਨਾ ਵੀ ਮਤਲਬ ਉਹਨਾਂ ਦਾ ਫਿਕਸ ਚਾਰजेस ਹੈ। ਉੱਪਰ ਦਾ ਕੰਮ ਹੋਇਆ ਨਹੀਂ, ਮੀਟਰ ਚੱਲਿਆ ਨਹੀਂ, ਤਾਂ ਸ਼ਾਇਦ ਬਿੱਲ ਵੀ ਨਹੀਂ ਪਏਗਾ, ਠੀਕ ਹੈ ਜੀ। ਪਰ ਜਿਹੜੀ ਫਿਕਸ ਖਰਚੇ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਜਿੱਦਾਂ ਮੇਰਾ ਯੂਨਿਟ ਹੈ ਉਹ ਪਾਵਰ ਇੰਟੈਂਸਿਵ ਯੂਨਿਟ ਹੈ, ਅਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਇੱਦਾਂ ਦੀ ਇੰਡਸਟਰੀ ਹੈਗੀ ਹੈ ਜਿਨ੍ਹਾਂ ਦੀ ਜਿਹੜਾ ਰॉ ਮਟੀਰੀਅਲ ਹੈ ਉਹ ਇਲੈਕਟ੍ਰਿਸਿਟੀ, ਅਸੀਂ ਜਿਹੜੇ ਇਲੈਕਟ੍ਰਿਸਿਟੀ ਨੂੰ ਆਪਣਾ ਰॉ ਮਟੀਰੀਅਲ ਹੀ ਸਮਝਦੇ ਹਾਂ, ਅਤੇ ਉਹ ਹੈਵੀ ਹੈ, ਸਾਡਾ ਬਹੁਤ ਮੇਜਰ ਪਾਰਟ ਹੈ ਇਲੈਕਟ੍ਰਿਸਿਟੀ ਦਾ ਸਾਡੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ। 7 ਅਪ੍ਰੈਲ ਨੂੰ ਜਦੋਂ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਇੱਕ ਲੈਟਰ ਲਿਖੀ ਸੀ ਗਵਰਨਮੈਂਟ ਆਫ ਪੰਜਾਬ ਨੇ ਕਿ ਤੁਸੀਂ ਜਿਹੜਾ 2 ਮਹੀਨੇ ਦਾ ਜਿਹੜੇ ਫਿਕਸ ਚਾਰजेस ਹੈ ਇਲੈਕਟ੍ਰਿਸਿਟੀ ਦੇ ਉਹ ਵੇਵ ਆਫ ਕਰੋ, ਅਤੇ ਉਹਦੇ ਅਗੇਂਸਟ 9 ਅਪ੍ਰੈਲ ਨੂੰ PSPCL ਨੇ ਵੀ ਇੱਕ ਨੋਟੀਫਿਕੇਸ਼ਨ ਆਪਣੀ ਇਸ਼ੂ ਕੀਤੀ, ਸਰਕੂਲਰ ਇੱਕ ਕੱਢਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 2 ਮਹੀਨੇ ਦੇ ਜਿਹੜੇ ਹੈਗੇ ਆ ਸਾਰੀ ਇੰਡਸਟਰੀ ਨੂੰ ਅਸੀਂ ਜਿਹੜੇ MS ਕਨੈਕਸ਼ਨਸ ਹੈ ਅਤੇ LS ਕਨੈਕਸ਼ਨਸ ਹੈ ਉਹਨਾਂ ਦੇ ਅਸੀਂ ਜਿਹੜੇ ਫਿਕਸ ਚਾਰजेस ਹੈ ਉਹ ਐਗਜ਼ੈਂਪਟ ਕਰਨ ਜਾ ਰਹੇ ਹਾਂ। ਅਤੇ ਹੁਣ ਪਰ ਬੜੀ ਹੈਰਾਨੀ ਹੋਈ ਕਿ ਜਦੋਂ 2-3 ਦਿਨ ਪਹਿਲਾਂ ਜਿਹੜੀ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣੇ ਦੀ ਇੰਡਸਟਰੀ ਨੇ ਜਦੋਂ CMD PSPCL ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਲੀਅਰ ਕੀਤਾ ਕਿ ਅਸੀਂ ਤੁਹਾਨੂੰ ਐਗਜ਼ੈਂਪਟ ਨਹੀਂ ਕਰਾਂਗੇ, ਇਹ ਜਿਹੜੇ ਚਾਰजेस ਹੈਗੇ ਅਸੀਂ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਕੋਲ ਇਹ ਵਸੂਲੇ ਨੇ, ਅਤੇ ਇਹਦੇ ਬਾਰੇ ਅਸੀਂ ਜਿਹੜੀ ਆਪਣੀ ਇੱਕ ਪਟੀਸ਼ਨ ਫਾਈਲ ਕੀਤੀ ਹੈ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਤੋਂ। ਅਸੀਂ ਜਦੋਂ ਇਹ ਸੁਣਿਆ 2-3 ਦਿਨ ਪਹਿਲਾਂ ਤਾਂ ਅਸੀਂ ਬੜੇ ਹੈਰਾਨ ਹੋਏ, ਬੜੇ ਪਰੇਸ਼ਾਨ ਹੋਈ ਸਾਰੀ ਇੰਡਸਟਰੀ, ਕਿ ਅਸੀਂ ਇਹ ਸੋਚਿਆ ਸੀਗਾ ਵੀ ਜੇ ਸਾਡੀ ਇੰਡਸਟਰੀ ਨਹੀਂ ਚੱਲ ਰਹੀ, ਇੱਕ ਸਿੰਗਲ % ਵੀ ਇੰਡਸਟਰੀ ਨਹੀਂ ਚੱਲ ਰਹੀ, ਅਤੇ ਉਹ ਕਿਉਂ ਨਹੀਂ ਚੱਲ ਰਹੀ? ਕਿਉਂਕਿ ਅਕੋਰਡਿੰਗ ਟੂ ਗਵਰਨਮੈਂਟ ਨੋਰਮਸ ਅਸੀਂ ਉਹਨਾਂ ਨੂੰ ਬੰਦ ਕੀਤਾ ਹੋਇਆ, ਸਾਨੂੰ ਪਰਮਿਸ਼ਨ ਨਹੀਂ ਹੈਗੀ ਚਲਾਉਣ ਦੀ, ਅਤੇ ਨਾ ਅਸੀਂ ਇਸ ਕੰਡੀਸ਼ਨ ਦੇ ਵਿੱਚ ਹੈਗੇ ਹਾਂ ਕਿ ਇੰਨੀ ਹੈਵੀ ਅਮਾਊਂਟ ਜਿਹੜੀ ਫਿਕਸ ਚਾਰजेस ਦੇ ਰੂਪ ਦੇ ਵੀ ਸਾਡੇ ਜਿਹੜੇ ਬਿੱਲਾਂ ਦੇ ਵਿੱਚ ਆਉਂਦੀ ਹੈਗੀ ਹੈ ਅਸੀਂ ਉਹਨੂੰ ਦੇ ਸਕੀਏ। ਅਤੇ ਮੈਂ ਦੁਬਾਰਾ ਫਿਰ ਤੁਹਾਡੇ ਮਾਧਿਅਮ ਨਾਲ ਦੈਨਿਕ ਸਵੇਰਾ ਦੇ ਮਾਧਿਅਮ ਰਾਹੀਂ ਪੰਜਾਬ ਗਵਰਨਮੈਂਟ ਨੂੰ ਫਿਰ ਇਹ ਅਪੀਲ ਕਰਨਾ ਚਾਹੁੰਦਾ ਕਿ ਜੋ ਪੰਜਾਬ ਗਵਰਨਮੈਂਟ ਨੇ ਇਹ ਸਟੈਪ ਉਠਾਇਆ ਸੀਗਾ, PSPCL ਨੂੰ ਕਿਹਾ ਸੀਗਾ ਕਿ 2 ਮਹੀਨੇ ਦੇ ਜਿਹੜੇ ਫਿਕਸ ਚਾਰਜ ਐਗਜ਼ੈਂਪਟ ਕੀਤੇ ਜਾਣ, ਉਹ ਜ਼ਰੂਰ ਕਰਨੇ ਚਾਹੀਦੇ ਆ। ਜੇ PSPCL ਨੂੰ ਇਹਦੇ ਬਾਰੇ ਕੋਈ ਪ੍ਰੋਬਲਮ ਹੈਗੀ ਤਾਂ ਪੰਜਾਬ ਗਵਰਨਮੈਂਟ ਨੂੰ ਜਿਹੜੇ ਚਾਰजेस ਬੀਅਰ ਕਰਨੇ ਚਾਹੀਦੇ, ਅਤੇ ਇੰਡਸਟਰੀਲਿਸਟਾਂ 'ਤੇ ਬੋਝ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇੰਡਸਟਰੀਲਿਸਟ ਇਸ ਕੰਡੀਸ਼ਨ ਦੇ ਵਿੱਚ ਨਹੀਂ ਹੈਗੇ ਕਿ ਉਹ ਫਿਕਸ ਚਾਰजेस ਦੇ ਸਕਣ। ਮੈਂ ਤਾਂ ਇੱਕ ਗੱਲ ਹੋਰ ਕਹਾਂਗੀ, ਘੱਟੋ ਘੱਟ 6 ਮਹੀਨੇ ਦੇ ਫਿਕਸ ਚਾਰजेस ਜਿਹੜੇ ਐਗਜ਼ੈਂਪਟ ਕਰਨੇ ਚਾਹੀਦੇ, ਤਾਂ ਕਿ ਜਦੋਂ ਹੁਣ ਇੰਡਸਟਰੀ ਚੱਲੇਗੀ ਵੀ, ਇੱਕ ਤਾਂ ਹੋਰ ਬੜੀਆਂ ਪ੍ਰੋਬਲਮਸ ਹੈਗੀਆਂ ਸਾਨੂੰ, ਉਹਦੇ ਕਰਕੇ ਅਸੀਂ ਨਾ ਤਾਂ ਪੂਰੀ ਇੰਡਸਟਰੀ ਚਲਾ ਸਕਾਂਗੇ ਅਤੇ ਨਾ ਸਾਡੇ ਕੋਲ ਚੱਲ ਸਕਦੀ ਹੈ। ਅਤੇ ਜੇ ਰੱਬ ਨਾ ਕਰੇ ਜੇ ਇੱਦਾਂ ਦੀ ਕੋਈ ਗੱਲ ਹੋਈ ਵੀ ਫਿਕਸ ਚਾਰजेस ਜਿਹੜੇ ਅੱਗੋਂ ਕੰਟੀਨਿਊ ਹੋਏ, ਅਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਯੂਨਿਟ ਇਸ ਕੰਡੀਸ਼ਨ ਦੇ ਵਿੱਚ ਰਹਿਣਗੇ ਕਿ ਉਹ ਕਨੈਕਸ਼ਨ ਨੂੰ ਰੱਖ ਸਕਣ, ਅਤੇ ਜਾਂ ਤਾਂ ਉਹਨਾਂ ਕੋਲ ਤਾਂ ਇਹੀ ਆਪਸ਼ਨ ਰਹੇਗੀ, ਜਾਂ ਤਾਂ ਉਹ ਕਨੈਕਸ਼ਨ ਨੂੰ ਰਿਡਿਊਸ ਕਰਨਗੇ ਆਪਣੇ ਪਾਵਰ ਕਨੈਕਸ਼ਨ ਨੂੰ, ਅਤੇ ਜਾਂ ਸਰੈਂਡਰ ਕਰ ਦੇਣਗੇ ਜੇ ਫਿਕਸ ਚਾਰजेस ਨਾ ਖਤਮ ਹੋਏ। ਸਰ ਜੇਕਰ ਆਪਾਂ ਗੱਲ ਕਰੀਏ ਰਜਿੰਦਰ ਜੀ, ਜਿਹੜਾ ਹੁਣ ਮਾਈਗ੍ਰੈਂਟ ਲੇਬਰ 'ਤੇ ਮੈਂ ਫੇਰ ਇੱਕ ਵਾਰੀ ਆਉਣਾ, ਤੁਸੀਂ ਵੀ ਤੁਹਾਡੇ ਵੀ ਇੰਡਸਟਰੀ ਦੇ ਵਿੱਚ ਮਾਈਗ੍ਰੈਂਟ ਲੇਬਰ ਕੰਮ ਕਰਦੀ ਹੋਏਗੀ। ਹੁਣ ਚਲੋ ਸਰਕਾਰ ਦੀ ਹਦਾਇਤਾਂ ਜਿਹੜੀਆਂ ਆ ਚੁੱਕੀਆਂ ਨੇ ਕਿ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਆਪਣੀ ਇੰਡਸਟਰੀ ਨੂੰ ਚਲਾ ਸਕਦੇ ਹੋ, ਰਾਈਟ? ਪਰ ਇੱਕ ਸਰਟਨ % ਆਫ ਜਿਹੜੇ ਇੰਪਲੋਈਜ਼ ਆ ਉਹ ਤੁਹਾਡੀ ਇੰਡਸਟਰੀ ਦੇ ਵਿੱਚ ਆਉਣਗੇ ਜਿਹੜੇ ਤੁਹਾਡੇ ਕੰਮ ਚਲਾਉਣ ਦੇ ਵਿੱਚ ਮਦਦ ਕਰਨਗੇ। ਜੇ ਗੱਲ ਕਰੀਏ ਆਪਾਂ 30% ਜਾਂ 40% ਜਿਹੜੇ ਇੰਪਲੋਈਜ਼ ਨੇ ਤੁਹਾਡੇ ਆਉਣਗੇ, ਉਹ ਇੱਥੇ ਆ ਕੇ ਕੰਮ ਕਰਨਗੇ, ਤਾਂ ਹੀ ਤੁਹਾਡੀ ਇੰਡਸਟਰੀ ਚੱਲ ਸਕਦੀ ਹੈ। ਪਰ
ਜੇ ਹੁਣ ਆਪਾਂ ਮਾਈਗ੍ਰੇਂਟ ਲੇਬਰ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਜਦੋਂ ਦੀ ਲੇਬਰ ਮਾਈਗ੍ਰੇਟ ਹੋਣੀ ਸ਼ੁਰੂ ਹੋਈ ਹੈ ਤੁਹਾਡੀ ਲੇਬਰ ਵੀ ਪੂਰੀ ਤਰੀਕੇ ਨਾਲ ਆ ਰਹੀ ਹੈ ਇੱਥੇ, ਭਾਵੇਂ ਉਹ 30% ਦਾ ਅਮਾਊਂਟ ਵੀ ਪੂਰਾ ਕਰ ਪਾ ਰਹੀ ਹੈ? ਜਿਹੜੀਆਂ ਸਾਨੂੰ ਜਿਹੜੇ ਨੈਸ਼ਨਲ ਡਿਜ਼ਾਸਟਰ ਕਮੇਟੀ ਵੱਲੋਂ ਜਿਹੜੀਆਂ ਸਾਨੂੰ ਇੰਸਟਰਕਸ਼ਨ ਨਵੀਆਂ 3 ਦਿਨ ਪਹਿਲਾਂ ਜਾਰੀ ਕੀਤੀਆਂ ਗਈਆਂ, ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹੀ ਕਿਹਾ ਕਿ ਹਜੇ ਤੁਸੀਂ ਜਿਹੜੀ ਇੰਡਸਟਰੀ ਉਹ ਟਰਾਇਲ ਬੇਸਿਸ 'ਤੇ ਚਲਾਓ, ਅਤੇ ਉਹਦੇ ਵਿੱਚ 30% ਤੋਂ ਲੈ ਕੇ 35% ਤੱਕ ਲੇਬਰ ਆਪਣੀ ਬੁਲਾ ਕੇ ਅਤੇ ਤੁਸੀਂ ਇਹ ਕੰਮ ਕਰੋ ਤਾਂ ਕਿ ਤੁਹਾਨੂੰ ਇੰਡਸਟਰੀ ਨੂੰ ਰੀਓਪਨ ਕੀਤਾ ਜਾ ਸਕੇ। ਅਤੇ ਪ੍ਰੈਕਟੀਕਲੀ ਇਹ ਗੱਲ ਬਿਲਕੁਲ ਠੀਕ ਵੀ ਹੈ, ਕਿਉਂਕਿ ਜਿਹੜੀ ਇੰਡਸਟਰੀ 2 ਮਹੀਨੇ ਤੋਂ ਬਿਲਕੁਲ ਬੰਦ ਪਈ ਹੈ, ਉਹ ਇੱਕਦਮ ਫੁੱਲ ਫੋਰਮ ਦੇ ਵਿੱਚ ਆ ਵੀ ਨਹੀਂ ਸਕਦੀ, ਚੱਲ ਵੀ ਨਹੀਂ ਸਕਦੀ। ਅਤੇ ਉਹਦੇ ਬਾਰੇ ਲੇਕਿਨ ਇੱਕ ਸਾਨੂੰ ਸਭ ਤੋਂ ਵੱਡੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਇਹ ਕਰਨਾ ਪੈ ਰਿਹਾ ਕਿ ਜੇ ਅਸੀਂ ਉਹਦੇ ਵਿੱਚ ਕੁਝ 30% ਲੇਬਰ ਨੂੰ ਬੁਲਾਉਂਦੇ ਵੀ ਹਾਂ, ਤਾਂ ਉਹ ਸਾਡੇ ਕੋਲ ਉਹ ਵੀ ਨਹੀਂ ਆ ਪਾ ਰਹੀ। ਉਹਦਾ ਰੀਜ਼ਨ ਇੱਕ ਹੈ ਕਿ ਇੱਕ ਤਾਂ ਲੇਬਰ ਦੇ ਵਿੱਚ ਥੋੜ੍ਹਾ ਪੈਨਿਕ ਦਾ ਮਾਹੌਲ ਕ੍ਰੀਏਟ ਹੋ ਗਿਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੜੇ ਫੇਕ ਮੈਸੇजेस ਆ ਰਹੇ ਆ ਵੀ ਇੰਡਸਟਰੀ ਪਤਾ ਨਹੀਂ ਚੱਲਣੀ ਹੈ ਕਿ ਨਹੀਂ ਚੱਲਣੀ। ਅਤੇ ਸੈਕਿੰਡ ਜਿਹੜੀਆਂ ਇਹ ਮਾਈਗਰੈਂਟ ਲੇਬਰ ਜਿਹੜੀ ਮੂਵਮੈਂਟ ਸ਼ੁਰੂ ਹੋ ਗਈ ਹੈ ਜਿਹੜੀ ਟ੍ਰੇਨਸ ਬਾਰੇ, ਵੀ ਇੱਦਾਂ ਦੇ ਵੀ ਸਾਡੇ ਕੋਲ ਕੇਸਿਸ ਆਏ, ਮੇਰੇ ਕੋਲ ਇੰਡਸਟਰੀਜ਼ ਤੋਂ ਫੀਡਬੈਕ ਆਇਆ ਕਿ ਕੁਛ ਲੇਬਰ ਇੱਦਾਂ ਦੀ ਵੀ ਹੈਗੇ ਆ, ਮਾਈਗਰੈਂਟ ਵਰਕਰਸ ਸਾਡੇ ਹੈਗੇ ਆ ਕਿ ਜਿਹੜੇ ਆਪਣੇ ਲੇਬਰ ਕੁਆਰਟਰਸ ਦੇ ਵਿੱਚ ਹੀ ਹੈਗੇ ਨੇ ਜਾਂ ਜਿਹੜੇ ਉਹਨਾਂ ਦੇ ਆਪਣੇ ਘਰ ਉਹਨਾਂ 'ਚ ਹੀ ਬੈਠੇ ਆ, ਪਰ ਉਹ ਕੰਮ 'ਤੇ ਨਹੀਂ ਆਉਣਾ ਚਾਹ ਰਹੇ ਕਿਉਂਕਿ ਉਹਨਾਂ ਦਾ ਇੱਕੋ ਹੀ ਹੁਣ ਏਮ ਹੈਗਾ ਕਿ ਇਮੋਸ਼ਨਲੀ ਉਹ ਆਪਣੇ ਘਰ ਜਾਣ। ਪਰ ਉਹ ਇਹ ਜਿਹੜਾ ਗੱਲ ਹੈਗੀ ਹੈ, ਇਹ ਬਹੁਤ ਵੱਡਾ ਹਰਡਲ ਹੈਗਾ ਜਿਹੜਾ ਇੰਡਸਟਰੀ ਚਲਾਉਣ ਦੇ ਵਿੱਚ। ਅਤੇ ਮੈਂ ਇੱਕ ਰਿਕੁਐਸਟ ਇਹੀ ਕਰਨਾ ਚਾਹੁੰਦਾ ਗੌਰਮੈਂਟ ਨੂੰ ਵੀ ਅਸੀਂ ਇਸ ਜਿਹੜੀ ਮੂਵਮੈਂਟ ਨੂੰ ਸਾਨੂੰ ਇਹ ਸਲੋ ਡਾਊਨ ਜ਼ਰੂਰ ਕਰਨਾ ਚਾਹੀਦਾ ਅਤੇ ਇੱਦਾਂ ਦਾ ਕੋਈ ਸਿਸਟਮ ਇੱਕ ਬਣਾਉਣਾ ਚਾਹੀਦਾ ਹੈਗਾ ਕਿ ਜਿਹੜੀ ਇੰਡਸਟਰੀ ਚੱਲ ਚੁੱਕੀ ਹੈ ਅਤੇ ਜਿਹੜੇ ਵਰਕਰਸ ਉਹਨਾਂ ਦੇ ਵਿੱਚ ਕੰਮ ਕਰ ਰਹੇ ਹਨ ਉਹ ਚੱਲਦੇ ਕੰਮ ਨੂੰ ਛੱਡ ਕੇ ਨਾ ਜਾਣ, ਕੁਛ ਨਾ ਕੁਛ ਇੱਦਾਂ ਦਾ ਸਿਸਟਮ ਜ਼ਰੂਰ ਬਣਾਉਣਾ ਚਾਹੀਦਾ। ਅਤੇ ਹੁਣ ਇਸ ਕਨਵਰਸੇਸ਼ਨ ਦੇ ਅਖੀਰ ਤੱਕ ਆਪਾਂ ਪਹੁੰਚਦੇ ਹਾਂ, ਅਤੇ ਜੇ ਆਪਾਂ ਗੱਲ ਕਰੀਏ ਜਿਹੜੇ ਨੁਕਸਾਨ, ਚਲੋ ਤੁਸੀਂ ਇੰਡਸਟਰੀਜ਼ ਦੇ ਬਾਰੇ ਸਾਂਝੇ ਕੀਤੇ ਨੇ, ਜਿਹੜੇ ਨੁਕਸਾਨ ਤੁਸੀਂ ਮਾਈਗ੍ਰੈਂਟ ਲੇਬਰ ਦੇ ਜਾਣ ਨਾਲ ਸਾਂਝੇ ਕੀਤੇ ਨੇ, ਤਾਂ ਇਹਨਾਂ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਸਰਕਾਰ ਕੋਲੋਂ ਕਿਹੜੀਆਂ ਇਹੋ ਜਿਹੀਆਂ ਡਿਮਾਂਡਸ ਜਿਹੜੀਆਂ ਰੱਖਣਾ ਚਾਹੁੰਦੇ ਹੋ ਜਿਹੜੀ ਕਿ ਸਰਕਾਰ ਤੱਕ ਪਹੁੰਚੇ ਅਤੇ ਸ਼ਾਇਦ ਜਿਹੜੀ ਹੈ ਉਹ ਅਗਰ ਉਹਦਾ ਕੋਈ ਹੱਲ ਨਿਕਲਦਾ ਤਾਂ ਜਿਹੜੀ ਇੰਡਸਟਰੀਜ਼ ਆ ਉਹ ਵਾਪਸ ਆਪਣੀ ਲਾਈਨ 'ਤੇ ਆ ਜਾਣ? ਇੱਕ ਕੱਲ੍ਹ ਮੋਦੀ ਸਾਹਿਬ ਨੇ ਇੱਕ ਪੈਕੇਜ ਦਾ ਐਲਾਨ ਕੀਤਾ ਜਿਹੜਾ 20 ਲੱਖ ਕਰੋੜ ਦਾ। ਉਹਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਇਹ ਪੈਕੇਜ ਮੈਂ ਅੱਜ ਅਨਾਊਂਸ ਨਹੀਂ ਕਰ ਰਿਹਾ, ਇਹਦੇ ਵਿੱਚ ਜੋ ਅੱਗੇ RBI ਨੇ ਪੈਕੇਜ ਅਨਾਊਂਸ ਕੀਤਾ ਜਾਂ ਬੈਂਕ ਨੇ ਕੀਤਾ ਹੈਗਾ ਉਹ ਇਨਕਲੂਡਿਡ ਹੈ। ਉਹਦੇ ਨਾਲ ਸਾਡੀ ਇੱਕ ਉਮੀਦ ਤਾਂ ਇਹ ਵਧੀ ਹੈਗੀ ਹੈ ਕਿ ਸਾਨੂੰ ਇੰਡਸਟਰੀ ਨੂੰ ਚਲਾਉਣ ਵਾਸਤੇ ਸਪੈਸ਼ਲੀ ਉਹਨਾਂ ਨੇ MSME ਦਾ ਨਾਮ ਲਿਆ, ਅਤੇ ਨਾਲੇ ਉਹਨਾਂ ਨੇ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਕਿਸੇ ਪ੍ਰਾਈਮ ਮਿਨਿਸਟਰ ਨੇ ਓਪਨਲੀ ਸਾਰੀ ਕੰਟਰੀ ਨੂੰ ਕਿਹਾ ਹੋਵੇ ਕਿ ਤੁਸੀਂ ਜਿਹੜੀਆਂ ਦੇਸ਼ ਦੇ ਵਿੱਚ ਬਣਦੀਆਂ ਚੀਜ਼ਾਂ ਉਹਨਾਂ ਨੂੰ ਪਰਚੇਜ਼ ਕਰੋ ਅਤੇ ਇੰਡਸਟਰੀ ਦੀ ਹੈਲਪ ਕਰੋ। ਇਹ ਬਹੁਤ ਇੱਕ ਵਧੀਆ ਸਟੈਪ ਹੈ। ਪਰ ਉਹਦੇ 'ਚ ਜਿੱਦਾਂ ਮੈਂ ਸਮ ਅਪ ਆਪਣੀ ਗੱਲ ਨੂੰ ਕਰਨਾ ਚਾਹੁੰਦਾ, ਉਹਦੇ ਵਿੱਚ ਮੈਂ 3 ਪੁਆਇੰਟਸ ਹੀ ਰੱਖਣਾ ਚਾਹਾਂਗਾ ਵੀ ਜੇ ਸਰਕਾਰ ਸਾਡੀ ਸੈਂਟਰ ਅਤੇ ਪੰਜਾਬ ਮਿਲ ਕੇ ਸਾਡੇ ਜੇ 3 ਪੁਆਇੰਟਸ ਨੂੰ ਕਰ ਦਿੰਦੀ ਹੈ ਤਾਂ ਇੰਡਸਟਰੀ ਦੀ ਬਹੁਤ ਵੱਡੀ ਹੈਲਪ ਹੋਏਗੀ ਅਤੇ ਇੰਡਸਟਰੀ ਅੱਗੋਂ ਤੋਂ ਸਰਵਾਈਵ ਦੀ ਪੋਜੀਸ਼ਨ 'ਚ ਹੋ ਸਕਦੀ ਹੈ। ਇੱਕ ਤਾਂ ਜਿਹੜਾ ਕਿਸੇ ਵੀ ਇੰਡਸਟਰੀ ਦੇ ਬੈਂਕ ਇੰਟਰਸਟ ਨੇ, ਚਾਹੇ ਉਹ ਵਰਕਿੰਗ ਕੈਪੀਟਲ ਦੇ ਸ਼ੇਪ ਦੇ ਵਿੱਚ ਹੋਣ, ਚਾਹੇ ਉਹ EMIs ਦੇ ਰੂਪ ਦੇ ਵਿੱਚ ਹੋਣ, ਘੱਟੋ ਘੱਟ 6 ਮਹੀਨੇ ਵਾਸਤੇ ਉਹਨਾਂ ਨੂੰ ਉਹ ਮਾफ़ ਕਰਨੇ ਚਾਹੀਦੇ ਨੇ। ਉਹਨਾਂ ਨੂੰ ਡੈਫਰ ਨਹੀਂ ਕਰਨਾ ਚਾਹੀਦਾ, ਉਹ ਖ਼ਤਮ ਕਰਨੇ ਚਾਹੀਦੇ ਨੇ। ਇੱਕ ਪੁਆਇੰਟ ਤਾਂ ਇਹ ਹੋ ਗਿਆ ਜਿਹੜਾ ਬੈਂਕ ਇੰਟਰਸਟ ਅਤੇ EMIs ਦਾ। ਸੈਕਿੰਡ ਜਿਹੜਾ ਸਭ ਤੋਂ ਵੱਡਾ ਪੁਆਇੰਟ ਹੈਗਾ ਕਿ ਜਿਹੜੇ ਵੀ ਸਾਡੇ ਟੈਕਸਿਸ ਹੈਗੇ ਆ, ਕਿਸੇ ਤਰ੍ਹਾਂ ਦੇ ਟੈਕਸਿਸ ਹੈ, ਚਾਹੇ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਵੀ ਉਹ ਇਲੈਕਟ੍ਰਿਸਿਟੀ ਦੇ ਫਿਕਸ ਚਾਰਜਿਸ ਹੈ ਜਾਂ ਉਹ ਕਿਸੇ ਤਰ੍ਹਾਂ ਇੱਦਾਂ ਦੇ ਟੈਕਸ ਹੈਗੇ ਹੈ ਕਿ ਜਿਹੜੇ ਸਾਨੂੰ ਦੇਣੇ ਪੈ ਸਕਦੇ ਹਨ, ਉਹਨਾਂ ਨੂੰ ਸਾਰਿਆਂ ਨੂੰ 6 ਮਹੀਨੇ ਵਾਸਤੇ ਐਗਜ਼ੈਂਪਟ ਕੀਤਾ ਜਾਵੇ ਅਤੇ ਤਾਂ ਕਿ ਇੰਡਸਟਰੀ ਨੂੰ ਇਹਦੀ ਸਹੂਲਤ ਮਿਲ ਸਕੇ। ਤੀਸਰਾ ਪੁਆਇੰਟ ਇਹ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਲੇਬਰ ਵੈਲਫੇਅਰ ਫੰਡ ਜਿਹੜਾ ਅਸੀਂ ਦਿੰਦੇ ਹਾਂ, ਇੰਡਸਟਰੀ ਸਾਰੀ ਪੇ ਕਰਦੀ ਹੈ, ਅਤੇ ESI ਹੈ, ਪ੍ਰੋਵੀਡੈਂਟ ਫੰਡ ਹੈ, ਉਹਦੇ ਵਿੱਚ ਬਹੁਤ ਸਾਰਾ ਪੈਸਾ ਉਹ ਪੈਸਾ ਹੈ ਜਿਹੜਾ ਇੰਪਲਾਇਰਸ ਦਾ ਅਤੇ ਇੰਪਲਾਈਜ਼ ਦਾ ਪੈਸਾ ਹੈਗਾ। ਉਹਦੇ 'ਚ ਗੌਰਮੈਂਟ ਦਾ ਸ਼ੇਅਰ ਬਹੁਤ ਘੱਟ ਹੈਗਾ। ਉਹ ਜਿਹੜਾ ਇਹਨਾਂ ਕੋਲ ਇੱਕ ਸਫੀਸ਼ੀਐਂਟ ਅਮਾਊਂਟ ਪਈ ਹੈ, ਉਹਦੇ ਵਿੱਚ ਇੱਦਾਂ ਦਾ ਪੈਕੇਜ ਦਿੱਤਾ ਜਾਵੇ ਕਿ ਜਿਹੜੀ ਲੇਬਰ ਹੈਗੀ ਹੈ, ਇੰਡਸਟਰੀਜ਼ ਚਾਹੇ ਆਪਣੇ ਤੌਰ 'ਤੇ ਜਿੰਨਾ ਕੁ ਫੀਡ ਕਰ ਸਕਦੇ ਉਹ ਕਰ ਰਹੇ ਨੇ, ਲੇਬਰ ਦੀ ਹੈਲਪ ਕਰ ਰਹੇ ਨੇ, ਵਰਕਰਸ ਦੀ ਆਪਣੀ ਹੈਲਪ ਕਰ ਰਹੇ, ਸਟਾਫ ਦੀ ਹੈਲਪ ਕਰ ਰਹੇ ਆ, ਪਰ ਉਹ ਜਿਹੜਾ ਪੈਸਾ ਉਹਨਾਂ ਨੂੰ ਜ਼ਰੂਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਜੇ ਉਹਦੇ ਨਾਲ ਜਿਹੜੀ ਉਹਨਾਂ ਦੀ ਮਦਦ ਹੋਏਗੀ, ਜੇ ਉਹਨਾਂ ਦੀ ਮਦਦ ਹੋਏਗੀ ਅਤੇ ਉਹਨਾਂ ਦੇ ਨਾਲ ਨਾਲ ਇੰਡਸਟਰੀ ਦੀ ਮਦਦ ਵੀ ਹੋਏਗੀ। ਜੇ ਇਹ 3 ਪੁਆਇੰਟ ਸਾਡੇ ਸੈਂਟਰਲ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਜੇ ਮੰਨ ਲੈਣ ਅਤੇ ਲੱਗਦਾ ਹੈ ਕਿ ਇੰਡਸਟਰੀ ਜਿਹੜੀ ਅੱਗੇ ਹੁਣ ਇਸ ਪੋਜੀਸ਼ਨ ਦੇ ਵਿੱਚ ਹੈਗੀ ਹੈ ਕਿ ਅੱਗੇ 6 ਮਹੀਨੇ ਜਾਂ ਸਾਲ ਉਹਨੂੰ ਲੱਗੇਗਾ ਦੁਬਾਰਾ ਰਿਵਾਈਵ ਕਰਨ ਦੇ ਵਿੱਚ, ਅਤੇ ਉਹ ਹੋ ਸਕਦਾ ਕਿ ਉਹ ਥੋੜ੍ਹੀ ਜਿਹੀ ਆਪਣੇ ਲੀਹਾਂ 'ਤੇ ਆ ਜਾਵੇ। ਬਹੁਤ ਬਹੁਤ ਧੰਨਵਾਦ ਤੇਜਿੰਦਰ ਸਿੰਘ ਜੀ, ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਸਾਨੂੰ ਦੇ ਕੇ ਜਿਹੜੀ ਪ੍ਰੋਬਲਮਸ ਦੱਸੀਆਂ ਨੇ, ਅਤੇ ਉਮੀਦ ਕਰਦੇ ਹਾਂ ਕਿ ਜਿਹੜੀ ਪ੍ਰੋਬਲਮਸ ਦਾ ਜਿਹੜੀ ਤੁਸੀਂ ਗੱਲ ਵੀ ਕੀਤੀ ਹੈ ਅਤੇ ਡਿਮਾਂਡਸ ਵੀ ਰੱਖੀਆਂ ਉਹ ਸਰਕਾਰ ਤੱਕ ਜ਼ਰੂਰ ਪਹੁੰਚਣਗੀਆਂ ਜੀ। ਹਾਂਜੀ, ਤੁਹਾਡਾ ਧੰਨਵਾਦ ਜੀ। ਮੈਂ ਦੈਨਿਕ ਸਵੇਰਾ ਦਾ ਵੀ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਨੂੰ ਇੱਕ ਇੱਦਾਂ ਦਾ ਪਲੇਟਫਾਰਮ ਦਿੱਤਾ ਹੋਇਆ ਕਿ ਜਿਹਦੇ ਨਾਲ ਅਸੀਂ ਜਿਹੜੇ ਆਪਣੀਆਂ ਜਿਹੜੀਆਂ ਮੰਗਾਂ ਹੈਗੀਆਂ, ਇੰਡਸਟਰੀ ਦੀ ਪ੍ਰੋਬਲਮਸ ਹੈਗੀਆਂ ਜਾਂ ਸੁਜੈਸ਼ਨਸ ਹੈਗੀਆਂ, ਡਿਮਾਂਡਸ ਹੈਗੀਆਂ, ਉਹ ਸਰਕਾਰ ਤੱਕ ਪਹੁੰਚਾ ਸਕੀਏ। ਮੈਂ ਦੁਬਾਰਾ ਤੁਹਾਡਾ ਥੈਂਕਸ ਕਰਦਾ।
ਤੇ ਇਸ ਸਾਡੇ ਨਾਲ ਤਜਿੰਦਰ ਸਿੰਘ ਭਸੀਨ ਜੋ ਕਿ ਪ੍ਰੈਜ਼ੀਡੈਂਟ ਨੇ ਉਦਯੋਗ ਨਗਰ ਮੈਨੂਫੈਕਚਰਿੰਗ ਐਸੋਸੀਏਸ਼ਨ ਗਦਈਪੁਰ ਜਲੰਧਰ ਦੇ, ਜਿਨ੍ਹਾਂ ਨੇ ਜਿਹੜੀਆਂ ਇਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਜਿਹੜੇ ਪਲਾਂਟਸ ਇਸ ਗਦਈਪੁਰ ਦੇ ਵਿੱਚ ਨੇ ਉਹਨਾਂ ਦੀ ਪ੍ਰੋਬਲਮਸ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੇ ਤੇ ਨਾਲ ਆਪਣੇ ਕਾਸਟਿੰਗ ਮੈਟਲ ਕਾਸਟਿੰਗ ਫਰਮ ਦੀ ਜਿਹੜੀ ਇੱਕ ਮੈਟਲ ਕਾਸਟਿੰਗ ਫੈਕਟਰੀ ਦੀ ਜਿਹੜੀ ਪ੍ਰੋਬਲਮਸ ਆ ਉਹ ਵੀ ਸਾਂਝੀ ਕੀਤੇ, ਨਾਲ ਜਿਹੜਾ ਸਰਕਾਰ ਤੋਂ ਕੁਝ ਮੰਗਾਂ ਵੀ ਰੱਖੀਆਂ ਨੇ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਇਨ ਰੋਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ।